ਜਿਹੜਾ ਕਰਮਚਾਰੀ 35-40 ਸਾਲ ਆਪਣੇ ਕੀਮਤੀ ਸਰਕਾਰ ਵਾਸਤੇ ਸੇਵਾ 'ਚ ਦਿੰਦਾ ਹੈ ਉਹਨਾਂ ਦੀ ਤਾਂ ਪੈਨਸ਼ਨ ਬੰਦ ਕਰਤੀ। ਜਿਹੜਾ ਇਹ ਨੇਤਾ ਲੋਕੀ ਹੈ, ਇੱਕ ਦਿਨ ਕੋਈ ਐਮਐਲਏ ਬਣਤਾ ਸਾਡੇ ਹਰਿਆਣਾ 'ਚ, ਇੱਕ ਦਿਨ ਦੇ ਓਥ ਲੈਣ ਦੇ ਬਾਅਦ ਉਹ ਰਿਜ਼ਾਈਨ ਵੀ ਦਿੰਦਾ, ਉਹਨੂੰ ਤਾਂ ਉਮਰ ਉਹਦੀ ਪੈਨਸ਼ਨ ਮਿਲਦੀ ਹੈ। ਤੇ ਬਾਅਦ ਜਿਹੜਾ ਇੱਕ ਵਾਰੀ ਬਣ ਗਿਆ, ਪੰਜ ਵਾਰੀ ਜਿਹੜੇ ਬਣੇ ਹੈ ਉਹ ਹਰ ਉਹ 4 ਪੈਨਸ਼ਨਾਂ ਲਈ ਜਾਂਦੇ ਹੈ, ਉਹਦੇ ਨਾਲ ਤਨਖਾਹ ਵੀ ਲਈ ਜਾਂਦੇ ਹੈ। जनता उन्होंने चुनती है, ਜਿਹੜੇ प्रतिनिधि अपने चुनती अपने वास्ते, वो उस जनता वास्ते तो कुछ नहीं करते, ਉਹਦੇ वास्ते तो कोई चिंता नहीं कर, अपने वास्ते इन्नियां मोटी पेंशन और सैलरियां ले रहे। देश विच 2004 तो बाद भर्ती जिन्ने भी सरकारी कर्मचारी है उन्होंने पेंशन जिहड़ी कि उन्होंने रिटायरमेंट तो बाद पेंशन मिलती है ਉਹ ਬੰਦ ਕਰ ਦਿੱਤੀ ਸੀਗੀ। ਜਦ ਕਿ 2004 ਤੋਂ ਪਹਿਲਾਂ ਜਿੰਨੇ ਕਰਮਚਾਰੀ ਸਰਕਾਰੀ ਕਰਮਚਾਰੀ ਭਰਤੀ ਹੈ, ਚਾਹੇ ਉਹ ਸਟੇਟ ਦੇ ਹੈ ਚਾਹੇ ਉਹ ਸੈਂਟਰ ਦੇ ਆ, ਸਭ ਨੂੰ ਪੈਨਸ਼ਨ ਮਿਲਦੀ ਹੈ। ਪਰ 2004 ਚ ਉਹ ਬੰਦ ਕਰ ਦਿੱਤੀ ਔਰ 2004 ਤੋਂ ਲੈ ਕੇ ਹੁਣ 22 ਚੱਲ ਰਿਹਾ, ਹੁਣ ਤੱਕ ਜਿੰਨੇ ਕਰਮਚਾਰੀ ਭਰਤੀ ਹੋਏ ਨੇ, ਚਾਹੇ ਸਟੇਟ ਚਾਹੇ ਸੈਂਟਰ ਚ, ਉਹਨਾਂ ਨੂੰ ਕਿਸੇ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ। ਔਰ ਦੂਜੇ ਪਾਸੇ ਅਸੀਂ ਤੁਹਾਨੂੰ ਦੱਸ ਦਈਏ ਵੀ ਕੋਈ ਵੀ ਐਮਐਲਏ, कोई भी MP, चाहे वह राज्य सभा का हो चाहे लोक सभा का हो, अगर एक दिन भी सौ चुक लैंदा है तो उसकी पेंशन लग जाती है। इन्ना ही नहीं बल्कि वह जिन्ने वारी वो जितेगा, जिन्ने वारी वो जित के विधान सभा या लोक सभा या राज्य सभा च पहुँचेगा, उन्ने वारी उन्होंने पेंशन मिलेगी। कितनी अजीब गल है। पर एक विधायक ने इस दे खिलाफ मुहिम छोड़ दी है। विधायक का कहना है कि ਜਾਂ ਤਾਂ ਲੋਕਾਂ ਦੀ ਜਾਂ ਤਾਂ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਬਹਾਲ ਕੀਤੀ ਜਾਵੇ, ਨਹੀਂ ਤਾਂ ਫਿਰ ਵਿਧਾਇਕ ਅਤੇ ਜਿਹੜੇ ਸੰਸਦ ਹੈ, ਲੋਕ ਸਭਾ ਮੈਂਬਰ ਹੈ, ਉਹਨਾਂ ਦੀ ਵੀ ਪੈਨਸ਼ਨ ਜਿਹੜੀ ਹੈ ਬੰਦ ਕੀਤੀ ਜਾਵੇ। ਹਾਂਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹੀ ਗੱਲ ਕਰ ਰਿਹਾ। ਔਰ ਇਹ ਜਿਹੜੇ ਵਿਧਾਇਕ ਹੈ, ਇਹ ਮਹਿਮ ਦੇ ਇੰਡੀਪੈਂਡੈਂਟ ਵਿਧਾਇਕ ਹੈ ਬਲਰਾਜ ਕੁੰਡੂ ਜੀ ਸਾਡੇ ਨਾਲ ਆ। ਉਹਨਾਂ ਨਾਲ ਗੱਲਬਾਤ ਕਰਦੇ ਆ, ਜਾਣਦੇ ਆ ਵੀ ਉਹਨਾਂ ਦਾ ਜ਼ਮੀਰ ਇਹ ਕਿਉਂ ਜਾਗ ਪਿਆ, ਕਿਉਂ ਨਹੀਂ ਬਾਕੀ ਵਿਧਾਇਕਾਂ ਦਾ, ਬਾਕੀ ਜਿਹੜੇ ਲੋਕ ਸਭਾ ਦੇ ਸੰਸਦ ਹੈਗੇ ਆ, ਰਾਜ ਸਭਾ ਦੇ ਸੰਸਦ ਹੈ, ਉਹਨਾਂ ਦਾ ਜ਼ਮੀਰ ਜਾਗਿਆ। ਵਿਧਾਇਕ ਸਾਹਿਬ, ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਤੁਹਾਡਾ ਜ਼ਮੀਰ ਕਿੱਦਾਂ ਜਾਗ ਗਿਆ? ਤੁਸੀਂ ਕਿਉਂ ਸੋਚ ਰਹੇ ਹੋ ਕਰਮਚਾਰੀਆਂ ਬਾਰੇ? ਹੋਰ ਇੰਨੇ ਵਿਧਾਇਕ ਹੈ, ਇੰਨੇ MP ਹੈ, ਉਹ ਕਿਉਂ ਨਹੀਂ ਸੋਚਦੇ? ਉਹਦੇ ਬਾਰੇ ਤਾਂ ਮੈਂ ਇੰਨਾ ਹੀ ਕਹਾਂਗਾ ਕਿ ਮੈਂ ਜਿਹੜਾ ਰਾਜਨੀਤੀ 'ਚ ਆਇਆ ਹਾਂ, ਮੈਂ ਜਨਤਾ ਦੀ ਸੇਵਾ ਕਰਨ ਵਾਸਤੇ ਇੱਥੇ ਆਇਆ। उस वेले जिहड़ा मेरी सोच है, जनता लोकी वोट पा के अपना प्रतिनिधि जिहड़ा चुनते विधान सभा लोक सभा भेजते हैं, उन्होंने कोई नौकरी नहीं देंदे जिहदे वास्ते वो उहदी पेंशनां पावे या मिले लेवे या उहदी तनख्वाह तक सैलरी लेवे। वो ਜਨ ਸੇਵਾ ਵਾਸਤੇ ਆਪਣਾ ਵਕੀਲ ਚੁਣ ਕੇ ਉਹਨਾਂ ਦੇ ਹੱਕਾਂ ਦੀ ਲੜਾਈ ਲੜਨ ਵਾਸਤੇ, ਉਹਨਾਂ ਦੇ ਹੱਕ ਜਿਹੜੇ ਸੰਵਿਧਾਨ ਉਹਨਾਂ ਨੂੰ ਦਿੰਦਾ ਹੈ, ਉਹ ਡੈਮੋਕ੍ਰੇਸੀ ਜਿਹੜੇ ਉਹਨਾਂ ਨੂੰ ਮਿਲਣੇ ਚਾਹੀਦੇ, ਉਹਦੀ ਲੜਾਈ ਲੜਨ ਵਾਸਤੇ ਆਪਣਾ ਵਕੀਲ ਉਹਨੂੰ ਚੁਣ ਕੇ ਇੱਥੇ ਵਿਧਾਨ ਸਭਾ ਲੋਕ ਸਭਾ 'ਤੇ ਭੇਜਿਆ ਜਾਣਾ ਹੈ। ਉਸੀ ਕਰਕੇ ਜਿਹੜਾ ਇਹ ਪੈਨਸ਼ਨ ਵਾਲਾ ਮੁੱਦਾ, ਇਹ ਅੱਜ ਕੱਲ੍ਹ ਬੜਾ ਹੋਟ ਮੁੱਦਾ ਨੇ। ਤੁਸੀਂ ਪਿੱਛੇ ਵੇਖੋ ਕਿ ਰਾਜਸਥਾਨ ਨੇ ਲਾਗੂ ਕਰ ਦਿੱਤੀ, ਮਹਾਰਾਸ਼ਟਰ ਨੇ ਵੀ ਇਹਦੀ ਅਨਾਊਂਸਮੈਂਟ ਕਰਤੀ ਹੈ, उधर यूपी च बड़ा होट मुद्दा सी इलैक्शन का चुनाव का। ਉਹਦੇ ਅਖਿਲੇਸ਼ ਨੇ ਵਾਅਦਾ ਕੀਤਾ ਹੈ ਆਪਣੇ ਘੋਸ਼ਣਾ ਪੱਤਰ 'ਚ ਪਾਇਆ ਕਿ ਮੈਂ ਜਿਹੜਾ ਜੇ ਮੈਂ CM ਬਣਦਾ ਹਾਂ ਤਾਂ ਪਹਿਲੀ ਮੀਟਿੰਗ 'ਚ, ਪਹਿਲੀ ਬੈਠਕ 'ਚ ਮੈਂ ਇਹਨੂੰ ਬਹਾਲ ਕਰਨ ਦਾ ਕੰਮ ਕਰਾਂਗਾ। ਇਹ ਜਿਹੜੀ ਪੈਨਸ਼ਨ ਹੈ ਹਿੰਦੁਸਤਾਨ 'ਚ ਇੱਕੋ ਹੀ ਸਟੇਟ ਹੈ ਬੰਗਲਾਦੇਸ਼, ਵੈਸਟ ਬੰਗਾਲ 'ਚ ਇਹ ਲਾਗੂ ਨਹੀਂ ਹੋਈ ਕਦੇ। ਤਾਂ ਉਹ ਓਲਡ ਪੈਨਸ਼ਨ ਸਭ ਨੂੰ ਉੱਥੇ ਮਿਲਦੀ ਹੈ, ਉੱਥੇ ਕਰਮਚਾਰੀਆਂ ਨੂੰ ਮਿਲ ਰਹੀ ਹੈ। 2004 ਤੋਂ ਬਾਅਦ ਵੀ ਜਿਹੜਾ ਉਹਨਾਂ ਨੂੰ ਉੱਥੇ ਲਾਗੂ ਨਹੀਂ ਕੀਤੀ, ਜਿਹੜੀ ਇਹ ਸਕੀਮ ਅਟਲ ਬਿਹਾਰੀ ਵਾਜਪੇਈ ਦੇ ਟਾਈਮ ਦੇ ਕੇਂਦਰ ਨੇ ਇਹਨੂੰ ਪਾਸ ਕੀਤਾ ਸੀ, ਉਹਦੇ ਬਾਅਦ ਸਟੇਟਾਂ ਨੇ ਇਹਨੂੰ ਇੰਪਲੀਮੈਂਟ ਕੀਤਾ ਸੀ। ਕਿਸੇ ਨੇ 2005 'ਚ ਕੀਤਾ, ਕਿ 2006 'ਚ ਕੀਤਾ, ਕਿਸੇ ਨੇ 2007 'ਚ ਕੀਤਾ। ਉਹ ਬੜਾ ਹੋਟ ਮੁੱਦਾ ਨੇ ਕਿ ਮੈਂ ਇਹਦੇ 'ਚ ਬਾਰੇ ਸਟੱਡੀ ਕੀਤਾ ਤਾਂ ਮੈਂ ਹੁਣ ਵਿਧਾਨ ਸਭਾ 'ਚ ਆਪਣਾ कॉलिंग अटेंशन ध्यान आकर्षण प्रस्ताव साढ़े हरियाणा विधान सभा च लाया सी। वो कल मेरा जड़ा ध्यान आकर्षण प्रस्ताव उन्होंने रिजेक्ट करता स्पीकर साहब ने। वो ये रीजन दिता कि तत्कालीन ये पुराना मैटर मसला हैगा, हुण ताज़ा मसला नहीं गा,
ਉਸ ਕਰਕੇ ਉਹਨੂੰ ਰਿਜੈਕਟ ਕਰਤਾ। ਰਿਜੈਕਟ ਕਰਨ ਦੇ ਬਾਅਦ ਮੈਨੂੰ ਸੋਚਿਆ ਵੀ ਇਹ ਤਾਂ ਬੜਾ ਹੌਟ ਮੁੱਦਾ। ਮੇਰੇ ਕੋਲ ਬੜੇ ਸਾਡੇ ਹਰਿਆਣਾ ਦੇ ਕਰਮਚਾਰੀ ਭਰਾ ਉਹਨਾਂ ਨੇ ਮੈਨੂੰ ਇਸ ਬਾਰੇ ਅਪਰੋਚ ਕੀਤਾ ਸੀ, ਤੁਸੀਂ ਸਾਡੀ ਆਵਾਜ਼ ਉੱਥੇ ਵਿਧਾਨ ਸਭਾ 'ਚ ਉਠਾਓ, ਸਾਡੇ ਨਾਲ ਇਹ ਬੜਾ ਨਾਇਨਸਾਫੀ ਹੋ ਰਹੀ ਹੈ। ਉਸ ਕਰਕੇ ਪਿੱਛੇ मैंने ਦੀ ਸਟੱਡੀ ਕੀਤੀ तो माननीय सुप्रीम कोर्ट ने भी फैसला दिया हुआ है ਜਿਹੜੀ ਪੈਨਸ਼ਨ ਹੈ ਉਹ ਪੈਨਸ਼ਨ ਕੋਈ ਖੈਰਾਤ ਨਹੀਂ ਹੈਗੀ। ਉਹ ਪੈਨਸ਼ਨ ਜਿਹੜੇ ਕਰਮਚਾਰੀ 30 35 40 ਸਾਲ ਆਪਣੀ ਜ਼ਿੰਦਗੀ ਦੇ ਜਵਾਨੀ ਤੋਂ ਲੈ ਕੇ ਉਹ ਮੱਧਸਥ ਅਵਸਥਾ ਤੱਕ ਜੇ ਉਹ ਜਿਹੜੇ ਪੀਕ ਉਹਨਾਂ ਦਾ ਸਮੇਂ ਹੁੰਦਾ ਹੈ ਉਹ ਸਰਕਾਰੀ ਸੇਵਾ 'ਚ ਦਿੰਦੇ ਹੈ। ਉसी ਕਰਕੇ ਸਰਕਾਰ ਦੀਆਂ ਜਿੰਨੀਆਂ ਪੋਲਿਸੀਆਂ ਉੱਤੇ ਜਿੰਨੀ ਕੋਈ ਨੀਤੀਆਂ ਬਣਾਉਂਦੇ ਉਹਨੂੰ ਐਪਲੀਕੇਬਲ ਕਰਾਉਣ ਦਾ ਉਹਨੂੰ ਇੰਪਲੀਮੈਂਟ ਕਰਾਉਣ ਦਾ ਕੰਮ ਕਰਦੇ ਨੇ। ਉਹ ਜਿਹੜਾ ਕਰਮਚਾਰੀ 35 40 ਸਾਲ ਆਪਣੇ ਕੀਮਤੀ ਸਰਕਾਰ ਵਾਸਤੇ ਸੇਵਾ 'ਚ ਦਿੰਦਾ ਹੈ ਉਹਨਾਂ ਦੀ ਤਾਂ ਪੈਨਸ਼ਨ ਬੰਦ ਕਰਤੀ। ਜਿਹੜਾ ਇਹ ਨੇਤਾ ਲੋਕੀ ਹੈ ਇੱਕ ਦਿਨ ਕੋਈ MLA ਬਣਤਾ ਸਾਡੇ ਹਰਿਆਣਾ 'ਚ ਇੱਕ ਦਿਨ ਦੇ ਓਥ ਲੈਣ ਦੇ ਬਾਅਦ ਉਹ ਰਿਜ਼ਾਈਨ ਵੀ ਦਿੰਦਾ ਉਹਨੂੰ ਤਾਂ ਉਮਰ ਉਹਦੀ ਪੈਨਸ਼ਨ ਮਿਲਦੀ ਹੈ। ਉਹਦੇ ਬਾਅਦ ਜਿਹੜਾ ਇੱਕ ਵਾਰੀ ਬਣ ਗਿਆ 5 ਵਾਰੀ ਜਿਹੜੇ ਬਣੇ ਹੈ ਉਹ ਹਰ ਉਹ 4 ਪੈਨਸ਼ਨਾਂ ਲਈ ਜਾਂਦੇ ਹੈ ਉਹਦੇ ਨਾਲ ਤਨਖਾਹ ਵੀ ਲਈ ਜਾਂਦੇ ਹੈ। ਇੱਕ ਨਵੇਂ ਜਿਹੜਾ ਜਿਸ ਟਾਈਮ ਉਹਦੇ ਉਹ ਸੈਲਰੀ ਵੀ ਲੈ ਰਹੇ ਆ ਤਾਂ ਪੈਨਸ਼ਨ ਵੀ ਪਾਸ ਦੀ ਪੈਨਸ਼ਨ। ਇਹ ਕਿੰਨਾ ਬੜਾ ਇਹ ਲੋਕਤੰਤਰ ਡੈਮੋਕ੍ਰੇਸੀ ਤੇ ਸਭ ਨੂੰ ਸਮਾਨ ਅਧਿਕਾਰ ਦਿੱਤੇ ਹੋਏ ਸਾਡੇ ਸੰਵਿਧਾਨ ਨੇ। ਇਹ ਕਿੱਦਾਂ ਜਿਹੜੇ ਲੋਕੀ ਜਨਤਾ ਉਹਨਾਂ ਨੂੰ ਚੁਣਦੀ ਹੈ, ਜਿਹੜੇ ਪ੍ਰਤੀਨਿਧੀ ਆਪਣੇ ਚੁਣਦੀ ਆਪਣੇ ਵਾਸਤੇ, ਉਹ ਉਸ ਜਨਤਾ ਵਾਸਤੇ ਤਾਂ ਕੁਝ ਨਹੀਂ ਕਰਦੇ, ਉਹਦੇ ਵਾਸਤੇ ਤਾਂ ਕੋਈ ਚਿੰਤਾ ਨਹੀਂ ਕਿ ਆਪਣੇ ਵਾਸਤੇ ਇੰਨੀਆਂ ਮੋਟੀਆਂ ਪੈਨਸ਼ਨਾਂ ਸੈਲਰੀਆਂ ਲੈ ਰਹੇ। ਇਹ ਕਿੱਦਾਂ ਦਾ? ਉਸ ਬਾਰੇ ਮੈਂ ਫਿਰ ਹੁਣ ਉਹਨੂੰ ਲੀਗਲ ਨੋਟਿਸ ਦਿੱਤਾ ਹੈ ਹਰਿਆਣਾ ਸਰਕਾਰ ਨੂੰ, ਮਾਨਯ ਚੀਫ ਸੈਕਟਰੀ ਨੂੰ, ਮੁੱਖ ਮੰਤਰੀ ਜੀ ਨੂੰ। ਔਰ ਜੇ ਉਹ ਨਹੀਂ ਕਰਦੇ ਤਾਂ ਮੈਂ ਉਹਦੀ ਲੜਾਈ ਜੋ ਹੈ ਨਾ ਸੁਪਰੀਮ ਕੋਰਟ ਤੱਕ ਇਹ ਲੜਾਈ ਨੂੰ ਲੜੂੰਗਾ। ਇਹ ਉਹਨਾਂ ਦਾ ਹੱਕ ਦੀ ਲੜਾਈ ਹੈ, ਕੋਈ ਖੈਰਾਤ ਨਹੀਂ ਵੰਡੀ ਜਾਣੀ। ਜਿਹੜੇ ਆਪਣੀ ਜ਼ਿੰਦਗੀ ਦੇ 35 40 ਸਾਲ ਸਰਕਾਰ ਦੀ ਸੇਵਾ 'ਚ ਦਿੰਦੇ ਹੈ ਜਿਹਦੇ ਕਰਕੇ ਸਰਕਾਰ ਚੱਲਦੀ ਹੈ, ਉਹਦੇ ਵਾਸਤੇ ਉਹਨਾਂ ਦੇ ਹੱਕ ਵਾਸਤੇ ਮੈਂ ਇੱਕ ਕਦਮ ਉਠਾਤਾ ਹੈ। ਮੇਰੀ ਜ਼ਮੀਰ ਨੂੰ ਮੇਰੀ ਆਤਮਾ ਨੇ ਮੈਨੂੰ ਗਵਾਰਾ ਕੀਤਾ। ਇਹ ਮੇਰਾ ਫਰਜ਼, ਮੇਰੀ ਡਿਊਟੀ ਬਣਦੀ। ਜਿਨ ਲੋਕਾਂ ਨੇ ਮੈਨੂੰ ਚੁਣ ਕੇ ਮੈਨੂੰ ਇੱਥੇ ਵਿਧਾਨ ਸਭਾ 'ਚ ਭੇਜਿਆ ਹੈ ਉਹਦੇ ਵਾਸਤੇ ਮੈਂ ਇਹ ਲੜਾਈ ਲੜਾਂਗਾ। ਉਹਦੇ ਵਾਸਤੇ ਮੈਂ ਉਹਨਾਂ ਦੇ ਨਾਲ ਸੜਕ 'ਤੇ ਵੀ ਜੋ ਕੋਈ ਅੰਦੋਲਨ ਕਰਦੇ ਉਹਨਾਂ ਦੇ ਨਾਲ ਕੰਧੇ ਤੋਂ ਕੰਧਾ ਮਿਲਾ ਕੇ ਉਹਨਾਂ ਦੇ ਨਾਲ ਖੜਾ ਹਾਂ। ਔਰ ਉਹਦੇ ਬਾਅਦ ਜਿਹੜਾ ਸੁਪਰੀਮ ਕੋਰਟ ਤੱਕ ਮੈਨੂੰ ਜਾਣਾ ਪਊਗਾ ਤਾਂ ਮੈਂ ਉਹਨਾਂ ਦੀ ਲੜਾਈ ਲੜਾਂਗਾ। ਮੈਨੂੰ ਸਾਹਿਬ ਪਹਿਲੇ ਤਾਂ ਮੈਨੂੰ ਇਹ ਦੱਸੋ ਸੈਲਰੀ ਕਿੰਨੀ ਆ ਵਿਧਾਇਕਾਂ ਦੀ, ਸੈਲਰੀ ਕਿੰਨੀ ਆ? ਦੂਜੀ ਗੱਲ ਮੈਨੂੰ ਇਹ ਦੱਸੋ ਵੀ ਪੈਨਸ਼ਨ ਕਿੰਨੀ ਆ, ਵਿਧਾਇਕ ਨੂੰ ਕਿੰਨੀ ਪੈਨਸ਼ਨ ਮਿਲਦੀ ਆ? ਦੇਖੋ ਲਗਭਗ ਜਿਹੜੀ ਸੈਲਰੀ ਸਾਰੇ ਬੱਤੇ ਮਿਲਾ ਕੇ ਜਿਹੜੀ ਵਿਧਾਇਕ ਨੂੰ ਹਰਿਆਣਾ 'ਚ ਜਿਹੜੀ ਸੈਲਰੀ ਮਿਲਦੀ ਹੈ ਉਹ ਲਗਭਗ 3 ਲੱਖ ਦੇ ਕਰੀਬ ਹੈਗੀ। 3 ਲੱਖ ਰੁਪਇਆ? 3 ਲੱਖ ਰੁਪਇਆ। ਮੈਂ ਤਾਂ ਆਪਣੀ ਸੈਲਰੀ ਸਾਰੀ ਦਾਨ ਦਿੱਤੀ ਵੀ, ਮੈਂ ਨਹੀਂ ਲੈਂਦਾ ਇੱਕ ਵੀ ਪੈਸਾ ਸੈਲਰੀ। ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਮੇਰੇ ਖਿਆਲ ਚੀਫ ਸੈਕਟਰੀ ਦੀ 3 ਲੱਖ ਨਹੀਂ ਹੈ? ਨਹੀਂ, ਉਹ ਵੀ ਨਹੀਂ ਬੱਤੇ ਲਾ ਕੇ ਹੋ ਹੀ ਜਾਂਦੀ ਹੈ। ਜਿਹੜੀ 3 ਲੱਖ ਰੁਪਏ ਦੇ ਕਰੀਬ ਸੈਲਰੀ ਮਿਲਦੀ ਹੈ ਉਹ ਸਾਰੇ ਬੱਤੇ ਉਹਦੇ 'ਚ ਇਨਕਲੂਡ ਹੋ ਗਏ। ਔਰ ਮੈਨੂੰ ਜਿਹੜਾ ਪਤਾ ਲੱਗਿਆ ਹਲੇ ਮੇਰੀ ਤਾਂ ਪੈਨਸ਼ਨ ਹੋਈ ਨਹੀਂ ਨਾ ਹਲੇ। ਮੈਂ ਤਾਂ ਪਹਿਲੀ ਵਾਰ ਦਾ ਵਿਧਾਇਕ, ਮੇਰੇ ਖਾਨਦਾਨ 'ਚ ਪਹਿਲੀ ਵਾਰ। ਮੈਂ ਤਾਂ ਨੋਨ ਪੋਲੀਟੀਕਲ ਫੈਮਿਲੀ ਤੋਂ ਹਾਂ। ਤਾਂ ਅੱਗੇ ਮੈਨੇ ਜਿਹੜਾ ਪਤਾ ਲੱਗਿਆ ਜਦੋਂ ਮੈਨੂੰ ਦੱਸਦੇ 50-60 ਹਜ਼ਾਰ ਦੇ ਵਿੱਚ ਉਹਦੀ ਪੈਨਸ਼ਨਾਂ ਜਿਹੜੀ ਹੁੰਦੀ ਹੈ। ਤਾਂ ਪੁਰਾਣੇ ਜੋ 5 6 ਵਾਰੀ ਦੇ ਜਿਹੜੇ ਵਿਧਾਇਕਾਂ ਪਹਿਲਾਂ ਦੇ ਹੈ ਉਹਨਾਂ ਨੂੰ ਮੇਰੇ ਕੋਲ 2.5-3 ਲੱਖ ਰੁਪਏ ਦੀ ਪੈਨਸ਼ਨ 3 ਲੱਖ ਰੁਪਇਆ ਪੈਨਸ਼ਨ ले रहे हैं। तो 3-3 लाख रुपए दी हले वो सैलरी भी ले रहे हैं। तो ਜਦੋਂ ਇਹ ਜਨਪ੍ਰਤੀਨਿਧੀ ਆਪਣੇ ਵਾਸਤੇ ਇਤਨੀ ਮੋਟੀਆਂ ਸੈਲਰੀਆਂ ਪੈਨਸ਼ਨਾਂ ਲੈਂਦੇ ਹਨ ਤਾਂ ਉਹਨਾਂ ਨੂੰ ਤਕਲੀਫ ਨਹੀਂ ਹੁੰਦੀ, ਉਹਨਾਂ ਨੂੰ ਕੋਈ ਬੋਝ ਨਹੀਂ ਲੱਗਦਾ ਖਜ਼ਾਨੇ ਤੇ, ਸਰਕਾਰ ਦੇ ਖਜ਼ਾਨੇ ਤੇ ਕੋਈ ਬੋਝ ਪੈ ਰਿਹਾ ਹੈ। ਔਰ ਜਦੋਂ ਪੈਨਸ਼ਨ ਉਹ ਕਰਮਚਾਰੀ ਆਪਣੀ ਪੈਨਸ਼ਨ ਦੀ ਗੱਲ ਕਰਦੇ हैं ਤਾਂ ਖਜ਼ਾਨੇ ਤੇ ਬੋਝ ਪੈਂਦਾ ਹੈ। ਇਹ ਕਿੰਨਾ ਬੜਾ ਭੇਦਭਾਵ ਉਹਨਾਂ ਦੇ ਨਾਲ, ਉਹਨਾਂ ਨੇ ਅਧਿਕਾਰਾਂ ਨਾਲ ਹਨਨ ਹੋ ਰਿਹਾ, ਉਹਦਾ ਕਿੰਨਾ ਬੜਾ ਸ਼ੋਸ਼ਣ ਹੋ ਰਿਹਾ। ਮੈਂ ਇਹਦੇ ਕਰਕੇ ਇਹ ਸਾਰਾ ਕਦਮ ਉਠਾਇਆ ਹੈ ਔਰ ਮੈਂ ਉਹਨਾਂ ਦੀ ਸੁਪਰੀਮ ਕੋਰਟ ਤੱਕ ਲੜਾਈ ਨੂੰ ਲੜਾਂਗਾ। ਮੈਨੂੰ ਸਾਹਿਬ ਮੈਨੂੰ ਇਹ ਦੱਸੋ ਜਿਹੜੀ 3 ਲੱਖ ਰੁਪਇਆ ਤੁਸੀਂ ਪੈਨਸ਼ਨ ਦੱਸੀ ਆ, ਉਸ ਤੋਂ ਇਲਾਵਾ ਵਿਧਾਇਕ ਨੂੰ MLA ਫਲੈਟ ਮਿਲਦਾ, ਉਹਨੂੰ ਗੱਡੀ ਮਿਲਦੀ ਆ, ਉਹਨੂੰ ਸਿਕਿਉਰਿਟੀ ਮਿਲਦੀ ਆ, ਉਹਨੂੰ 2-4 ਕਰਮਚਾਰੀ ਵੀ ਮਿਲਦੇ ਆ, ਉਹ ਆਪਣਾ ਪਰਸਨਲ ਸਟਾਫ, ਪਰਸਨਲ PA ਰੱਖ ਸਕਦਾ। ਉਹ ਇੱਕ ਜਿਹੜਾ ਉਹਨਾਂ ਦਾ PA ਵਾਸਤੇ 16,000 ਰੁਪਏ ਜਿਹੜਾ ਵਿਧਾਨ ਸਭਾ ਉਹਨੂੰ ਦੇਣੀ ਹੈ। ਬਾਕੀ PSO ਮਿਲਦੇ ਉਹ ਖਰਚਾ ਅਲੱਗ ਹੋਣਾ ਹੈ। ਉਹ ਤਾਂ ਉਹਦੀ ਸਿਕਿਉਰਿਟੀ ਵਾਸਤੇ ਚਲੋ ਇੱਕ ਸੈਪਰੇਟ ਗੱਲ ਹੈ। ਉਹਨੂੰ ਫਲੈਟ ਵੀ ਹੈਗਾ ਸਰ, ਫਲੈਟ ਦਾ ਕੋਈ ਕਿਰਾਇਆ ਨਹੀਂ ਹੈਗਾ, ਹੋਰ ਬੜੀਆਂ ਫੈਸਿਲਿਟੀਜ਼ ਹੈਗੀਆਂ। ਫਲੈਟ ਹੈਗਾ, ਬਿਲਕੁਲ ਸਹੀ ਗੱਲ ਹੈ, ਫਲੈਟ ਵੀ ਦੇਣੀ ਹੈ ਸਰਕਾਰ। ਹੋਰ ਵੀ ਫੈਸਿਲਿਟੀਆਂ ਬੜੀ ਹੈ, ਉਹਨੂੰ ਮੈਡੀਕਲ ਫੈਸਿਲਿਟੀ ਦੇਣੀ ਹੈ, ਉਹਦੇ ਪੂਰੇ ਪਰਿਵਾਰ ਨੂੰ ਹੋਰ ਬਹੁਤ ਸਾਰੀ ਫੈਸਿਲਿਟੀ। ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ MLA ਹਰ ਸਾਲ 5 ਲੱਖ ਰੁਪਏ ਤੋਂ ਵੱਧ ਦਾ ਪੈਂਦਾ? 5 ਲੱਖ ਰੁਪਏ ਦੀ ਪੈਨਸ਼ਨ 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 5 ਲੱਖ ਰੁਪਏ ਦੀ ਪੈਨਸ਼ਨ
ਇਹ ਜ਼ਿਆਦਾ ਤਾਂ ਪੈਂਦਾ ਐਵਰੇਜਲੀ ਤੁਸੀਂ ਕਹਿ ਸਕਦੇ ਹੋ ਇਹਨਾਂ ਦਾ ਵੀ 5 ਲੱਖ ਲੇਕਿਨ ਰੁਪਏ ਇਹ ਗੱਲ ਜਦੋਂ ਤੱਕ ਲੋਕਾਂ ਨੂੰ ਸਮਝ ਨਹੀਂ ਆਣਗੀ, ਇਹ ਕੰਮ ਜਿਹੜਾ ਇਹਦਾ ਜਵਾਬ ਕੌਣ ਲਊਗਾ? ਵੀ ਮੈਂ ਇਹ ਕਹਿ ਰਿਹਾ ਵੀ ਸਮਾਜ ਸੇਵਾ ਦੇ ਨਾਮ ਤੇ ਇਹ ਇੱਕ ਲੁੱਟ ਨਹੀਂ ਹੈ। ਇਹ ਕਿਨੇ ਇਸ ਚੀਜ਼ ਨੂੰ ਇਹਨੂੰ ਬੜਾਵਾ ਕਿਹਨੇ ਦਿੱਤਾ? ਸਾਡੇ ਲੋਕਾਂ ਹੀ ਨਹੀਂ ਦਿੱਤਾ ਨਾ। ਮੈਂ ਤਾਂ ਪਹਿਲਾ ਦਿਨ ਤਾਂ ਇਹਦੀ, ਮੈਂ ਜਦੋਂ ਤੋਂ ਪੋਲਿਟਿਕਸ 'ਚ ਆਇਆ ਹਾਂ, ਮੈਂ ਲੋਕਾਂ ਨੂੰ ਇਹ ਗੱਲ ਦੱਸਦਾ, ਜਿਹੜੇ ਤੁਸੀਂ ਆਪਣਾ ਪ੍ਰਤੀਨਿਧੀ ਚੁਣਦੇ ਹੋ ਉਹ ਤੁਹਾਡਾ ਸੇਵਕ ਹੈਗਾ, ਰਾਜਾ ਨਹੀਂ ਹੈ। ਲੇਕਿਨ ਸਾਡੇ ਲੋਕਾਂ ਨੇ ਉਹਨਾਂ ਨੂੰ ਰਾਜਾ ਬਣਾ ਦਿੱਤਾ, ਉਹਨੂੰ ਘਰਾਣੇ ਬਣਾ ਦਿੱਤਾ, ਰਾਜ ਘਰਾਣੇ ਬਣ ਗਏ ਉੱਥੇ। ਉਹ ਰਾਜਾ ਦੇ ਵੱਲੋਂ ਜੋ ਨਾ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਨੇ। ਇਹਨੂੰ ਇਹ ਵਿਵਸਥਾ ਨੂੰ ਬਦਲਣ ਦਾ ਲੋੜ ਹੈ। ਜਦੋਂ ਤੱਕ ਲੋਕੀ ਇਸ ਗੱਲ ਨੂੰ ਨਹੀਂ ਸਮਝਣਗੇ ਤਦੋਂ ਤੱਕ ਇੰਨਾ ਹੀ ਇੱਦਾਂ ਹੀ ਮੌਜਾਂ ਕਰਦੇ ਰਹਿਣਗੇ, ਪਬਲਿਕ ਦਾ ਸ਼ੋਸ਼ਣ ਕਰਦੇ ਰਹਿਣਗੇ, ਉਹਨਾਂ ਦਾ ਖੂਨ ਚੂਸਣ ਦੇਣਗੇ। ਔਰ ਪਬਲਿਕ ਦਾ ਇਵੇਂ ਹੀ ਪਬਲਿਕ ਨੇ ਰੋਡਾਂ 'ਤੇ ਆਪਣੇ ਹੱਕਾਂ ਵਾਸਤੇ ਹਰ ਰੋਜ਼ ਜਿਹੜੇ ਐਜੀਟੇਸ਼ਨ, ਕੋਈ ਕਿਹੜੀ ਕੌਮ ਦੇ ਕਿਹੜੇ ਕਰਮਚਾਰੀ, ਵਪਾਰੀ, ਕਿਸਾਨ, ਕੌਣ ਜਿਹੜੇ ਅੱਧ ਸੜਕਾਂ 'ਤੇ ਬੈਠੇ, ਲੇਕਿਨ ਕੋਈ ਸੁਣਨ ਵਾਲਾ ਨਹੀਂ ਹੈ। ਮੈਂ ਤਾਂ ਆਪ ਦੇਖਿਆ, ਮੈਂ ਵਿਧਾਨ ਸਭਾ ਪਿਛਲੇ ਕਈ ਸਾਲਾਂ ਤੋਂ ਕਵਰ ਕਰਦਾ ਆ ਰਿਹਾ। ਮੈਂ ਉੱਥੇ ਦੇਖਿਆ ਵੀ ਜਦੋਂ ਤਾਂ ਵਿਧਾਇਕ ਦਾ ਮੁੱਦਾ, ਆਪਣਾ ਮੁੱਦਾ ਆ ਜਾਂਦਾ, ਵਿਧਾਇਕ ਦਾ ਕੋਈ ਭੱਤਾ ਵਧਾਣਾ ਹੋਵੇ, ਉਹ ਤਾਂ ਸਰਵ ਸਹਿਮਤੀ ਨਾਲ, ਮੈਂ ਇੱਕ ਵੀ ਬੰਦਾ ਉੱਥੇ ਵਿਰੋਧ ਨਹੀਂ ਕਰਦਾ। ਮਤਲਬ ਕਿ ਚਾਹੇ 90 ਵਿਧਾਇਕਾਂ ਦੀ ਹਰਿਆਣਾ ਵਿਧਾਨ ਸਭਾ, ਚਾਹੇ 117 ਵਿਧਾਇਕਾਂ ਦੀ ਪੰਜਾਬ ਵਿਧਾਨ ਸਭਾ, ਮੈਂ ਦੋਨੋਂ ਪਾਸੇ ਇਹ ਦੇਖਿਆ ਵੀ ਕਦੀ ਕਿਸੇ ਨੇ ਵਿਰੋਧ ਨਹੀਂ ਕੀਤਾ। ਪਰ ਜਦੋਂ ਲੋਕਾਂ ਦੀ ਗੱਲ ਆ ਜਾਂਦੀ ਹੈ, ਜਨਤਾ ਦੀ ਗੱਲ ਆ ਜਾਂਦੀ ਹੈ, ਕਰਮਚਾਰੀਆਂ ਦੀ ਗੱਲ ਆ ਜਾਂਦੀ ਹੈ, ਤਾਂ 20 ਜਣੇ ਉੱਥੇ ਖੜੇ ਹੋ ਕੇ ਉਸ ਦਾ ਵਿਰੋਧ ਕਰਦੇ ਨੇ, ਉਸ 'ਚ ਨੁਕਸ ਕੱਢੇ ਜਾਂਦੇ ਆ, ਉਸ ਮਾਮਲੇ ਨੂੰ ਲਟਕਾਇਆ ਜਾਂਦਾ ਹੈ, ਜਾਣਬੁੱਝ ਕੇ ਲਟਕਾਇਆ ਜਾਂਦਾ। ਔਰ ਜਦ ਪਾਸ ਵੀ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਵੀ ਉਸ ਦੀ ਖਿੱਚਾਤਾਨੀ ਚੱਲਦੀ ਰਹਿੰਦੀ ਹੈ। ਲੇਕਿਨ ਹੁਣ ਤੁਹਾਨੂੰ ਦੇਖਣ ਨੂੰ ਮਿਲੇਗਾ ਜਦੋਂ ਹਰਿਆਣਾ ਵਿਧਾਨ ਸਭਾ ਦੇ ਅੱਗੇ ਕੋਈ ਇਸ ਟਾਈਪ ਦਾ ਮੁੱਦਾ ਆਉਣਾ ਹੈ ਤਾਂ ਵਿਧਾਇਕਾਂ ਦੀ ਕੋਈ ਪੈਨਸ਼ਨਾਂ, ਤਨਖਾਹਾਂ ਜਾਂ ਹੋਰ ਕੁਝ बढ़न ਦਾ ਕੋਈ ਗੱਲ ਆਊਗੀ ਤਾਂ ਬਲਰਾਜ ਕੁੰਡੂ ਪਹਿਲਾ ਵਿਧਾਇਕ ਹੋ ਜਿਹਨੂੰ ਖੜਾ ਕਰਕੇ ਉਹਦੀ ਖਿਲਾਫਤ 'ਚ ਵੋਟ ਪਾਊਗਾ, ਉਹਦੀ ਖਿਲਾਫਤ ਕਰੂਗਾ। ਉਹੀ ਕੁੰਡੂ ਸਾਹਿਬ 90 ਵਿਧਾਇਕ ਹੈ, 5 ਲੱਖ ਰੁਪਏ ਦੇ ਹਿਸਾਬ ਨਾਲ ਜਦੀ ਮੈਂ ਗੱਲ ਕਰਾਂ ਵੀ 5 ਲੱਖ ਰੁਪਏ ਦਾ ਇੱਕ ਵਿਧਾਇਕ ਆਏ ਮਹੀਨੇ ਪੈ ਰਿਹਾ। ਵੈਸੇ ਤਾਂ 5 ਲੱਖ ਮੈਨੂੰ ਲੱਗਦਾ ਛੋਟੀ ਅਮਾਊਂਟ ਹੈ, ਇਸ ਤੋਂ ਜ਼ਿਆਦਾ ਦਾ ਪੈਂਦਾ ਕਿਉਂਕਿ ਇੱਕ PSO ਕਮ ਸੇ ਕਮ 1.5-2 ਲੱਖ ਰੁਪਏ ਦਾ ਸਰਕਾਰ ਨੂੰ ਪੈਂਦਾ ਹੋਣਾ। ਤੇ ਮੇਰੇ ਉਹ ਜਦ ਆਪਾਂ ਸਾਰਾ ਕੁਝ ਜੋੜ ਲਈਏ ਤਾਂ 5 ਲੱਖ ਤੋਂ ਵੱਧ ਦਾ ਇੱਕ ਤਾਂ ਇਸ ਦਾ ਮਤਲਬ ਕਈ ਕਰੋੜ ਰੁਪਏ ਤਾਂ ਅਸੀਂ ਆਏ ਮਹੀਨੇ ਸਿਰਫ ਵਿਧਾਇਕਾਂ ਦੇ ਤੱਕ ਖਰਚ ਕਰੀ ਜਾ ਰਹੇ ਹਾਂ। ਮੈਂ ਹੋਰ ਕੀ ਗੱਲ ਕਰ ਰਿਹਾ, ਤੁਹਾਨੂੰ ਇਹੀ ਤਾਂ ਗੱਲ ਕਰ ਰਿਹਾ। ਉਹ ਆਪਣੇ ਵਾਸਤੇ ਤਾਂ ਕੋਈ ਚਿੰਤਾ ਉਹ ਕਰਦੇ ਨਹੀਂ। ਔਰ ਜਿਹੜੇ ਪੈਨਸ਼ਨ ਵਾਲੇ ਕਰਮਚਾਰੀ ਹੈ, ਮੁੱਦਾ ਹਲੇ ਕਰਮਚਾਰੀ ਦਾ ਹੈਗਾ। ਕਰਮਚਾਰੀ ਜੇ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਾਉਣ ਵਾਸਤੇ, ਜਿਹੜਾ ਇੱਕ ਇੰਨੇ ਸਾਲ ਕਰਕੇ ਇੱਕ ਕਰਮਚਾਰੀ ਜਦੋਂ ਰਿਟਾਇਰ ਹੋਣਾ ਹੈ, ਉਹਦਾ ਫਿਊਚਰ, ਉਹਦਾ ਬੁਢਾਪਾ ਕਿੱਥੇ ਸੇਫ ਹੈ? ਇਹ ਕੋਈ ਸਾਡੇ ਪ੍ਰਦੇਸ਼ ਦੀ ਜਾਂ ਸਾਡੇ ਦੇਸ਼ ਦੀ ਉਹ ਨਹੀਂ ਹੈ, ਇਹ ਵਰਲਡ ਵਾਈਡ ਜਿਹੜੀ ਇਹ ਪ੍ਰਥਾ ਹੈਗੀ। ਜਿਹੜਾ ਕਰਮਚਾਰੀ ਪੂਰੀ ਆਪਣੀ ਲਾਈਫ ਦੇਣਾ ਹੈ, ਉਹ ਸਰਵਿਸ ਦੇਣਾ ਹੈ, ਉਹਦੇ ਬਾਅਦ ਬੁਢਾਪੇ 'ਚ ਉਹਦੀ ਪੈਨਸ਼ਨ ਉਹਦੀ ਇੱਕ ਫਿਕਸ ਕੀਤੀ ਹੈ ਤਾਂ ਕਿ ਉਹਨਾਂ ਦਾ बुढ़ापा है वो आर्थिक रूप से, समाजिक रूप से वो समर्थ और संपन्न रहे। उन्होंने किसी चीज़ की चिंता करने की लोड़ ना, कि बच्चे किसी नाल रहने है कि नहीं, उसकी चिंता करते हैं कि नहीं, उन्होंने सेवा करते हैं। खुद अपने वालों अपनी पेंशन तो इन्ने सामर्थ होंगे कि वो अपनी जिंदगी को अच्छी तरह ਕੱਟ ਸਕਦੇ हैं, जी सकते हैं। ਕੁੰਡੂ ਸਾਹਿਬ ਮੈਨੂੰ ਇੱਕ ਗੱਲ ਸਮਝ ਆ ਗਈ ਵੀ ਹਾਲੇ ਤੱਕ ਬਾਕੀ ਵਿਧਾਇਕਾਂ ਦਾ ਜ਼ਮੀਰ ਨਹੀਂ ਜਾਗਿਆ, ਤੁਹਾਡਾ ਜ਼ਮੀਰ ਜਾਗ ਗਿਆ, ਤੁਸੀਂ ਇਸ ਨੂੰ ਮੁੱਦਾ ਬਣਾ ਰਹੇ ਹੋ। ਤੁਹਾਡੇ ਮੁੱਦਾ ਬਣਾਉਣ ਤੋਂ ਬਾਅਦ ਹੋਰ ਵਿਧਾਇਕਾਂ ਦੀ ਕਿਸੇ ਨੇ ਤੁਹਾਨੂੰ ਕੋਈ ਫੋਨ ਕੀਤਾ ਹੋਵੇ ਇਸ ਮੁੱਦੇ ਤੇ ਵੀ ਹਾਂ ਯਾਰ ਤੁਹਾਡਾ ਇਹ ਜਿਹੜਾ ਮੁੱਦਾ ਹੈ ਬੜਾ ਜਾਇਜ਼ ਹੈਗਾ ਤੇ ਮੈਂ ਵੀ ਤੁਹਾਡੇ ਨਾਲ ਆ ਕੇ ਖੜਾ ਹੋਊਂਗਾ ਇਸ ਮੁੱਦੇ ਤੇ? ਕੋਈ ਇਹੋ ਜਿਹਾ ਕੋਈ ਟੈਲੀਫੋਨ ਆਇਆ ਹੋਵੇ ਜਾਂ ਇਹੋ ਜਿਹਾ ਕੋਈ ਮੈਸੇਜ ਆਇਆ ਹੋਵੇ ਜਾਂ ਕੋਈ ਇਹੋ ਜਿਹੀ ਕਿਸੇ ਨੇ ਗੱਲਬਾਤ ਕੀਤੀ ਹੋਵੇ ਤੁਹਾਡੇ ਨਾਲ? ਹਾਲੇ ਕੋਈ ਮੇਰੇ ਇੱਦਾਂ ਦਾ ਕੋਈ ਮੇਰੇ ਕੋਲ ਮੈਸੇਜ ਨਹੀਂ ਆਇਆ ਹੈ। ਉਹ ਪਤਾ ਨਹੀਂ ਉਹਦੇ ਬਾਰੇ ਖੁਦ ਸ਼ਾਇਦ ਦੂਜੀ ਗੱਲਾਂ ਹੀ ਨਾ ਸੋਚ ਰਹੇ ਹੋ। ਇਹ ਕਿੱਥੋਂ ਆ ਗਿਆ ਪੁੱਠੇ ਦਿਮਾਗ ਦਾ ਬੰਦਾ, ਸਾਡੀ ਇਹ ਪੈਨਸ਼ਨਾਂ ਬੰਦ ਕਰਾਣਾ ਇਹ ਵੀ ਸੋਚ ਸਕਦੇ। ਮੇਰੇ ਕੋਲ ਕੌਣ ਫੋਨ ਕਰੇਗਾ ਫਿਰ? ਤਾਂ ਦੂਜੀ ਗੱਲ ਵੀ ਹੋ ਸਕਦੀ ਨਾ, ਉਹ ਤਾਂ ਉਹਦੇ ਕੱਲ ਰਿਐਕਸ਼ਨ ਤੁਹਾਡੇ ਅਗੇਂਸਟ ਹੋ ਸਕਦੇ ਆ, ਤੁਹਾਡੀ ਫੇਵਰ 'ਚ ਨਹੀਂ ਹੋ ਸਕਦੇ। ਉਹਦੀ ਮੈਂ ਚਿੰਤਾ ਨਹੀਂ ਕਰਦਾ। ਸਾਦੇ ਮੇਰੇ ਅਗੇਂਸਟ ਹੋਣਗੇ ਕਿ ਜਿਹੜਾ ਪਬਲਿਕ ਦਾ ਇਸ਼ੂ, ਪਬਲਿਕ ਦਾ ਕੋਈ ਮੁੱਦਾ ਹੈ, ਉਹਨੂੰ ਮੈਂ ਪੂਰੀ ਪੁਰਜੋਰ शिद्दत ਨਾਲ, ईमानदारी ਨਾਲ और पूरी उसके साथ उठाने का काम में, दिस इज़ माई ड्यूटी, ये मेरी ड्यूटी है। उसी के लिए लोगों ने मैंने चुन के विधान सभा भेजा। ਚਲੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ। ਤੁਹਾਡੀ ਇਹ ਲੜਾਈ ਅਸੀਂ ਚਾਹੁੰਦੇ ਹਾਂ ਕਿ ਇਹ ਸਿਰੇ ਲੱਗੇ ਔਰ ਕਰਮਚਾਰੀਆਂ ਦੀ ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਮੰਗ ਹੈਗੀ ਆ, ਉਹ ਉਹਨਾਂ ਦੀ ਮੰਗ ਪੂਰੀ ਹੋਵੇ। ਪੱਕਾ ਹੋਏਗੀ, ਉਹਦੀ ਲੜਾਈ ਨੂੰ ਲੜਾਂਗੇ ਔਰ ਆਪਾਂ ਜਿੱਤਾਂਗੇ। ਉਹਨਾਂ ਦਾ ਹੱਕ ਹੈਗਾ, ਹੱਕ ਵਾਸਤੇ ਆਪਾਂ ਆਖਰੀ
ਦਮ ਤੱਕ ਉਹਦੀ ਲੜਾਈ ਲੜਾਂਗੇ, ਉਹਨੂੰ ਜਿੱਤਾਂਗੇ। ਇਹ ਮੈਂ ਤੁਹਾਨੂੰ ਪੂਰਾ ਆਸ਼ਵਾਸਨ ਦੇਣਾ 100% ਇਹ ਪੈਨਸ਼ਨ ਲਾਗੂ ਕਰਾ ਕੇ ਉਹਨਾਂ ਨੂੰ ਦਿਵਾਉਣ ਦਾ ਕੰਮ ਕਰਾਂਗੇ। ਥੈਂਕ ਯੂ ਸਰ। ਥੈਂਕ ਯੂ। ਇਹ ਸੀਗੇ ਬਲਰਾਜ ਕੁੰਡੂ ਜੀ, ਜਿਹੜੇ ਕਿ ਮਹਿਮ ਤੋਂ ਇੰਡੀਪੈਂਡੈਂਟ ਵਿਧਾਇਕ ਹੈਗੇ ਨੇ। ਔਰ ਦੇਖੋ ਤੁਸੀਂ, ਇਹਨਾਂ ਦਾ 90 ਵਿਧਾਇਕ ਹੈਗੇ ਆ ਹਰਿਆਣਾ ਵਿਧਾਨ ਸਭਾ 'ਚ, ਔਰ ਅੱਜ ਤੋਂ ਹਰਿਆਣਾ ਵਿਧਾਨ ਸਭਾ ਦਾ ਬਜਟ ਸੱਤਰ ਸ਼ੁਰੂ ਹੋ ਗਿਆ। ਔਰ ਜਦੋਂ ਕੁੰਡੂ ਸਾਹਿਬ ਨੇ ਕੁਐਸਚਨ ਲਗਾਇਆ ਤਾਂ ਉਹਨਾਂ ਦਾ ਉਹ ਰਿਜੈਕਟ ਕਰ ਦਿੱਤਾ। ਮਜਬੂਰੀ ਵਿੱਚ ਉਹਨਾਂ ਨੂੰ ਲੀਗਲ ਨੋਟਿਸ ਦੇਣਾ ਪਿਆ ਸਰਕਾਰ ਨੂੰ ਵੀ ਜਾਂ ਤਾਂ ਕਰਮਚਾਰੀਆਂ ਦੀ ਜਿਹੜੀ ਪੈਨਸ਼ਨ ਹੈ ਉਹ ਬਹਾਲ ਕੀਤੀ ਜਾਵੇ, ਨਹੀਂ ਤਾਂ ਫਿਰ ਜਿਹੜੀ ਵਿਧਾਇਕਾਂ ਦੀ ਪੈਨਸ਼ਨ ਹੈ ਉਹਨੂੰ ਬੰਦ ਕਰ ਦਿੱਤਾ ਜਾਵੇ। ਔਰ ਗੱਲ ਬਿਲਕੁਲ ਸਹੀ ਆ ਵੀ ਇੱਕ ਦਿਨ ਦਾ ਵੀ ਜਦੀ ਵਿਧਾਇਕ ਹੈ ਉਹਨੂੰ ਤੁਸੀਂ ਸੋਚ ਸਕਦੇ ਹੋ 50-60 ਹਜ਼ਾਰ ਰੁਪਇਆ ਪੈਨਸ਼ਨ ਮਿਲਦੀ ਆ, ਔਰ 5 ਲੱਖ ਤੋਂ ਵੱਧ ਉਹ ਸਰਕਾਰ ਨੂੰ ਪੈਂਦਾ, 3 ਲੱਖ ਰੁਪਇਆ ਉਹਨੂੰ ਭੱਤੇ ਮਿਲਦੇ ਆ। ਔਰ ਉਸ ਵਿਧਾਇਕ ਨੂੰ ਇਹ ਸਾਰਾ ਕੁਝ ਮਿਲਦਾ ਜਿਹੜਾ ਕਿ ਸਮਾਜ ਸੇਵਾ ਦੇ ਨਾਮ ਤੇ ਜਿਸ ਟਾਈਮ ਵੋਟਾਂ ਲੈਣੀਆਂ ਹੁੰਦੀਆਂ ਉਸ ਟਾਈਮ ਉਹ ਸਮਾਜ ਸੇਵਾ ਦੀ ਗੱਲ ਕਰਦਾ ਹੈ, ਸੇਵਾ ਦੀ ਗੱਲ ਕਰਦਾ ਹੈ, ਔਰ ਘਰ ਘਰ ਜਾਂਦਾ, ਹੱਥ ਜੋੜਦਾ, ਲੋਕਾਂ ਨੂੰ ਬੜਾ ਵਿਸ਼ਵਾਸ ਦਿਲਾਉਂਦਾ। ਪਰ ਜਦੋਂ ਉਹ ਵਿਧਾਨ ਸਭਾ 'ਚ ਪਹੁੰਚ ਜਾਂਦਾ ਉਸ ਦਾ ਚਰਿੱਤਰ ਟੋਟਲੀ ਚੇਂਜ ਹੋ ਜਾਂਦਾ। ਜਿਹੜਾ ਲੋਕਾਂ ਨੇ ਦੇਖਿਆ ਹੁੰਦਾ, ਜਿਹੜਾ ਲੋਕਾਂ ਨੂੰ ਹੱਥ ਜੋੜ ਰਿਹਾ ਹੁੰਦਾ, ਘਰੇ ਜਾ ਕੇ ਉਹ ਲੋਕਾਂ ਨੂੰ ਮਿਲਣ ਤੋਂ ਵੀ ਗੁਰੇਜ਼ ਕਰਦਾ। ਇਹ ਹਾਲਾਤ ਹੈ ਸਾਡੇ ਦੇਸ਼ ਦੇ। ਹੁਣ ਦੇਖਣਾ ਇਹ ਹੈ ਵੀ ਬਲਰਾਜ ਕੁੰਡੂ ਨੇ ਜਿਹੜੀ ਮੁਹਿੰਮ ਜਾਂ ਜਿਹੜਾ ਝੰਡਾ ਚੱਕਿਆ ਇਸ 'ਚ ਜਿੱਤ ਮਿਲਦੀ ਹੈ ਜਾਂ ਨਹੀਂ। ਮੈਂ ਦਿਨੇਸ਼ ਕੋਲ, ਕੈਮਰਾਮੈਨ ਉਮਾ ਯਾਬ ਦੇ ਨਾਲ, ਦੰਗ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।